नेक्स्ट न्यूमेरिकल जो तो शुरू कर रहे हो 46 न्यूमेरिकल सीगा टू identical cell whether joined together in series or in parallel ਤੁਹਾਡੇ ਕੋਲ ਦੋ ਸੈੱਲ ਦਿੱਤੇ ਹੋਣੇ ਠੀਕ ਹੈ ਉਹਨਾਂ ਨੂੰ ਤੁਸੀਂ ਸੀਰੀਜ਼ ਚ ਲਾਵੋ ਜਾਂ ਪੈਰਲਲ ਚ ਲਗਾਓ ਔਰ ਸੈੱਲਾਂ ਦੀ ਈਐਮਐਫ ਤੇ ਇੰਟਰਨਲ ਰੈਜ਼ਿਸਟੈਂਸ ਸੇਮ ਆ ਉਹਨੇ ਆਇਡੈਂਟੀਕਲ ਕਹੇ ਆ ठीक है दे गिव द सेम करंट सेल भी आइडेंटिकल है सीरीज चलावा या पैरेलल चलावा दोनों बारी जेड़ा करंट आ वो कहता पुत्र इक्वल आएगा हुन उन्हें कहा जी when connected to external resistance of 1 ohm find the internal resistance of each cell अपने क्वेश्चन च जो गिवन है वो जोड़े अपन आ गया कि भी दो सेल गिवन है ठीक है E ਉਹਨਾਂ ਦੀ EMF ਤੇ R ਉਹਨਾਂ ਦੀ ਇੰਟਰਨਲ ਰੈਜ਼ਿਸਟੈਂਸ ਇੱਕ ਵਾਰੀ ਆਪਾਂ ਸੈੱਲ ਸੀਰੀਜ਼ ਚਲਾਏ ਤੇ ਇਸ ਕੰਬੀਨੇਸ਼ਨ ਨੂੰ ਇਸ ਐਕਸਟਰਨਲ ਰੈਜ਼ਿਸਟੈਂਸ ਨਾਲ ਅਟੈਚ ਕਰਤਾ ਕਰੰਟ ਇਸ ਸਰਕਟ ਚ ਵੀ I ਐਂਪੀਅਰ ਆ ਠੀਕ ਆ ਦੂਜੀ ਵਾਲੀ ਦੋਨੋਂ ਸੈੱਲ ਜਿਹੜੇ ਨੇ ਦੋਨੋਂ ਸੈੱਲ ਨੇ ਪੈਰਲਲ ਚਲਾਤੇ और इस कॉम्बिनेशन की उन्हें एक एक्सटर्नल रेजिस्टेंस ना अटैच करता EMF E ते रेजिस्टेंस R ते करंट इस केस के अंदर भी I आएगा यानी I1 I2 दो डिफरेंट वेरिएबल नहीं बनते वो कहता पुत्र दोनों केसेस के अंदर करंट सेम हैगा ठीक है ते ਆਪਾਂ ਜੇ करंट ਦਾ ਜਨਰਲ ਫਾਰਮੂਲਾ ਲੈ ਕੇ ਚੱਲੀਏ ਤੇ we know that करंट ਦਾ ਫਾਰਮੂਲਾ ਕੀ ਆ ਜਾਏਗਾ total E upon total R बिल्कुल टोटल ईएमएफ ओवर टोटल रेजिस्टेंस ਜਦੋਂ ਅਸੀਂ ਟੋਟਲ ਈਐਮਐਫ ਕੱਢਣੀ ਆ ਪਹਿਲੇ ਕੇਸ ਚ ਸੈੱਲ ਸਾਡੇ ਜਿਹੜੇ ਸੀਰੀਜ਼ ਚ ਜੁੜੇ ਆ ਤੇ ਸੀਰੀਜ਼ ਦੇ ਅੰਦਰ ਈਐਮਐਫ ਕਿਦਾਂ ਐਡ ਕਰੀ ਦੀ NE ਯਾਨੀ ਦੋ ਸੈੱਲ ਹੋਏ ਤੇ ਇਹਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ 2E ਆ ਜਾਏਗੀ ਠੀਕ ਆ ਓਵਰ ਐਕਸਟਰਨਲ ਰੈਜ਼ਿਸਟੈਂਸ ਪਲੱਸ ਇੰਟਰਨਲ ਤੇ ਇਹਨਾਂ ਦੋਨਾਂ ਦੀ ਇੰਟਰਨਲ ਰੈਜ਼ਿਸਟੈਂਸ ਪਲੱਸ ਕਰਾ ਤੇ ਟੋਟਲ ਰੈਜ਼ਿਸਟੈਂਸ 2R ਆ ਜੀ क्या इतना क्लियर है यस सर Yes, sir. सेकंड कंडीशन ਦੇ ਅਕੋਰਡਿੰਗਲੀ ਆਪਾਂ ਕਰੰਟ ਦਾ ਫਾਰਮੂਲਾ ਲਿਖੀਏ ਕਿ ਅਸੀਂ ਕਿਹਾ ਸੀ ਜਦੋਂ ਸੈੱਲ ਪੈਰਲਲ ਤੇ ਜੁੜਦੇ ਆ ਠੀਕ ਹੈ ਤੇ ਟੋਟਲ ਈਐਮਐਫ ਕਿੰਨੀ ਬਣਦੀ ਹੈ ਜੀ ਸਰ ਜਿੰਨੀ ਸਿੰਗਲ ਸੈੱਲ ਦੀ ਰਹਿੰਦੀ ਹੈ ਇੱਕ ਸਿੰਗਲ ਸੈੱਲ ਦੀ ਈਐਮਐਫ ਦੇ ਬਰਾਬਰ ਟੋਟਲ ਈਐਮਐਫ ਰਹਿ ਜਾਂਦੀ ਕਿ ਇੰਨੀ ਗੱਲ ਕਲੀਅਰ ਆ Yes, sir. ओवर टोटल रेजिस्टेंस एक्सटर्नल प्लस इंटरनल ਜਦੋਂ R ਤੇ R ਨੂੰ ਅਸੀਂ ਜੋੜਾਂਗੇ ਪੈਰਲਲ ਦੇ ਵਿੱਚ ਤੇ ਇਹਦੀ ਵੈਲਿਊ R/2 ਬਣ ਜਾਣੀ R R over R plus R यानी R²/2R R ਕੱਟ ਲਓ R/2 ਆ ਜਾਏਗੀ ਇਹ ਮਤਲਬ ਇੱਥੇ ਰੈਜ਼ਿਸਟੈਂਸ ਸਾਡੀ R/2 ਬਣ ਗਈ ਕੀ ਅਗਰ ਕਲੀਅਰ ਆ ਹਾਂਜੀ Yes, sir. कि in both of the cases current remain same एमल जे पुत करंट सेम आ ਤੇ ਆਪਾਂ ਦੋਨਾਂ ਇਕੁਏਸ਼ਨਾਂ ਨੂੰ ਇਕੁਏਟ ਕਰ ਦਈਏ ਆਪਣੀ ਇੱਥੇ ਵੈਲਿਊ ਬਣ ਗਈ 2E over 2R plus R ਤੇ ਕਰੰਟ ਦੇ ਦੋਨੋਂ ਫਾਰਮੂਲੇ ਇਕੁਏਟ ਕਰ ਦਿਓ ਇਹ I1 ਹੋ ਗਿਆ I2 ਅਕੋਰਡਿੰਗ ਟੂ ਕੁਐਸਚਨ I1 equal to I2 ਗਿਵਨ ਤੇ देयरफॉर ਸਾਡੇ ਕੋਲ ਕੰਡੀਸ਼ਨ ਆ ਗਈ 2E over R plus 2R equal to 2E over 2R plus R ਹੁਣ ਜੇ ਰੇਸ਼ੋ ਵੀ ਇਕੁਅਲ ਆ ਨਿਊਮੀਨੇਟਰ ਵੀ ਇਕੁਅਲ ਆ ਤੇ ਡਿਨੋਮੀਨੇਟਰ ਇਕੁਏਟ ਕਰ ਲਾਂਗੇ yes Yes, sir. which implies ਆਪਣੇ ਕੋਲ ਕੰਡੀਸ਼ਨ ਬਣ ਜਾਣੀ R plus 2R equal to 2R plus R ਇਹਨੂੰ ਸੋਲਵ ਕਰ ਦਿਓ ਤੇ ਆਪਣੇ ਕੋਲ ਰਿਜ਼ਲਟ ਆ ਜਾਏਗਾ 2R minus R R equal to आ गया 2R minus R यानी R equal to R यानी एक्सटर्नल ते इंटरनल रेजिस्टेंस ਦੀ ਵੈਲਿਊ ਆਪਸ ਵਿੱਚ ਇਕੁਅਲ ਆ एक्सटर्नल ਸਾਨੂੰ ਗਿਵਨ ਸੀਗੀ ਕੁਐਸਚਨ ਚ 1 ohm ਤੇ देयरफॉर साडी इंटरनल रेजिस्टेंस ਦੀ ਵੈਲਿਊ ਵੀ 1 ohm ਆ ਜਾਏ क्या क्लियर है न्यूमेरिकल Yes, sir. चलो इसी का 46 नेक्स्ट 47 47 ਦੀ ਸਟੇਟਮੈਂਟ ਆਪਣੇ ਕੋਲ ਕੀ ਹੈ ਬਣਾ ਸਟੇਟਮੈਂਟ ਪੜੋ ਇੱਕ ਵਾਰੀ ਪੜ ਲਓ ਸਟੇਟਮੈਂਟ ਮੈਂ ਕੁਝ ਨਹੀਂ ਹੈ ਬੇਟਾ
हाँ जी पढ़ लिया Yes, sir. चलो कौन करूँ स्टेटमेंट एक्सप्लेन स्माइल स्माइल Yes, sir. स्टेटमेंट पढ़ ली बच्चे Sir, एक मिनट. आदित्य स्टेटमेंट एक्सप्लेन करो आदित्य ਜਦੋਂ ਨਾ ਪੁੱਛੋ ਲੱਗੋ ਤਾਂ ਜ਼ਰੂਰ ਕੋਈ ਨਾ ਕੋਈ ਲੀਵ ਕਰਦਾ ਵਿੱਚੋਂ ਤੇ ਮੈਂ ਵੀ ਇੱਥੇ ਖੜੇ ਕਰ ਲੈਣਾ ਮੈਂ ਵੇਟਿੰਗ ਲਾਣ ਲੱਗਿਆ ਚਲੋ ਆਦਿਤਿਆ Yes, sir. ਜੇ ਆਵਾਜ਼ ਆਉਂਦੀ ਹੁੰਦੀ ਤਾਂ ਬੋਲ ਪਿਆ ਕਰੋ ਪਹਿਲੀ ਆਵਾਜ਼ ਤੇ ਕਿ 4 ਵਜਾ ਮਾਰਾਂ ਫੇਰ ਬੋਲਦੇ ਸਟੇਟਮੈਂਟ ਬੋਲੋ ਕੀ ਹੈਗੀ ਗਿਵਨ So there are 4 identical cells. Sir, उनकी EMF 2 volts है and sir वो ਹੋਰ ਜਾਣਾ ਬੋਲੋ ਕੋਈ ਹੈ ਨਾ ਮਨਨ ਬੋਲੋ ਸਟੇਟਮੈਂਟ ਕੀ ਗਿਵਨ Sir, 4 identical cells given है सब दी EMF 2 volt है ਤੇ ਉਹ ਸਭ ਪੈਰਲਲ ਵਿੱਚ ਕਨੈਕਟਡ ਹੈ ਸਰ ਇਸ ਸਰਕਟ ਦੇ ਨਾਲ ਦੋ ਰੈਜ਼ਿਸਟਰਸ ਕਨੈਕਟਡ ਹੈ ਪੈਰਲਲ ਦੇ ਅੰਦਰ ਜਿਨ੍ਹਾਂ ਦੀ 15 ਓਮ ਹੈ ਰੈਜ਼ਿਸਟੈਂਸ ਸਾਨੂੰ ਸਰ ਟਰਮੀਨਲ ਵੋਲਟੇਜ ਗਿਵਨ ਹੈ 1.6 ਵੋਲਟ ਤੇ ਇੰਟਰਨਲ ਰੈਜ਼ਿਸਟੈਂਸ ਫਾਈਂਡ ਕਰਨੀ ਹੈ ਕਿਹਦਾ ਕਰਾਂਗੇ ਸਰ ਇਹਦੇ ਵਿੱਚ ਟੋਟਲ ਇੰਟਰਨਲ ਰੈਜ਼ਿਸਟੈਂਸ ਕੱਢ ਲਵਾਂਗੇ ਪੈਰਲਲ ਦਾ ਫਾਰਮੂਲਾ ਲਗਾ ਕੇ ਟੋਟਲ ਐਕਸਟਰਨਲ ਕੱਢ ਲਵਾਂਗੇ ਸਾਨੂੰ ਟਰਮੀਨਲ ਵੋਲਟੇਜ ਤੇ EMF ਗਿਵਨ ਹੈ ਤੇ ਉਹਦਾ R' ਦਾ ਫਾਰਮੂਲਾ ਨਿਕਲ ਜਾਏਗਾ ਚਲ ਬਣਾ ਲਿਆ ਇਹਦਾ ਸਰਕਟ ਡਾਇਗਰਾਮ ਬਣਾਈਏ ਤੇ ਆਪਣੇ ਕੋਲ ਇਹ ਗਿਵਨ ਹੈ ਕਿ ਵੀ ਇਸ ਪੋਰਸ਼ਨ ਦੇ ਅੰਦਰ ਆਪਣੇ ਕੋਲ 4 ਸੈੱਲ ਪੈਰਲਲ ਚ ਉਹਨੇ ਅਟੈਚ ਕੀਤੇ ਹੈ ਚਾਰੇ ਸੈੱਲ ਪੈਰਲਲ ਚ ਅਟੈਚ ਆ ਤੇ ਉਹਨੇ ਕੁਐਸਚਨ ਚ ਇਹ ਬੜੀ ਯੂਜ਼ ਕੀਤਾ ਕਿ ਵੀ ਇਸ ਕੰਬੀਨੇਸ਼ਨ ਨੂੰ ਠੀਕ ਆ ਜਿਹੜਾ ਕੰਬੀਨੇਸ਼ਨ ਬਣ ਗਿਆ ਇਸ ਕੰਬੀਨੇਸ਼ਨ ਨੂੰ ਤੁਸੀਂ ਐਕਸਟਰਨਲ ਰੈਜ਼ਿਸਟਰ ਨਾਲ ਅਟੈਚ ਕਰਨਾ ਤੇ ਐਕਸਟਰਨਲ ਇੱਕ ਨਹੀਂ ਗਿਵਨ ਉੱਥੇ ਉਹਨੇ ਦੋ ਰੈਜ਼ਿਸਟੈਂਸ ਕਹਿੰਦਾ ਦੇ ਤੁਹਾਡੇ ਕੋਲ ਗਿਵਨ ਹੈਗੀਆਂ ਠੀਕ ਹੈ ਔਰ ਦੋ ਰੈਜ਼ਿਸਟਰ ਪੈਰਲਲ ਦੇ ਵਿੱਚ ਅਟੈਚ ਹੈਗੀਆਂ ਯਾਨੀ ਕੁਝ ਇਸ ਵੇ ਨਾਲ ਕੰਬੀਨੇਸ਼ਨ ਬਣੂਗਾ क्या सर्किट समझ आया Yes. Yes, sir. सारे सेल Yes, sir. आइडेंटिकल वोल्टेज दे आ यानी ईएमएफ सारे दी सेम आ इंटरनल सेम आ एक्सटर्नल रेजिस्टेंस ਸਾਡੇ ਕੋਲ 15 ओम ईच गिवन ठीक है ਤੇ ਆ ਦੋ ਜਿਹੜੇ ਟਰਮੀਨਲ ਬਣ ਕੇ A ਤੇ B ਜੇ ਮੈਂ ਇਹਨਾਂ ਦੋ ਟਰਮੀਨਲ 'ਚ ਕੋਈ ਵੋਲਟ ਮੀਟਰ ਲਾਇਆ ਹੋਵੇ ਤੇ ਉਹਦੀ ਟਰਮੀਨਲ ਵੋਲਟੇਜ ਦੀ ਵੈਲਿਊ ਉਹਨੇ ਕੁਐਸਚਨ 'ਚ ਆਪਣੇ ਕੋਲ ਕਹੀ ਆ ਕਹਿੰਦਾ ਜੀ 1.6 ਵੋਲਟ ਆ ਠੀਕ ਹੈ यानी ਇਹਨਾਂ ਦੇ ਅਕ੍ਰੋਸ ਮੈਂ ਇੱਕ ਆਈਡੀਅਲ ਵੋਲਟ ਮੀਟਰ ਲਾਤਾ ਇੱਥੇ ਦਿਖਾਣਾ ਹੋਵੇ ਤੇ ਇਦਾਂ ਦਿਖਾ ਸਕਦੇ ਹੋ ਕਿ ਆਹ ਦੋ ਟਰਮੀਨਲ ਦੇ ਵਿੱਚ ਤੇ ਵੋਲਟ ਮੀਟਰ ਲੱਗਾ ਹੋਇਆ ਠੀਕ ਹੈ ਤੇ ਇਸ ਵੋਲਟ ਮੀਟਰ ਦੀ ਰੀਡਿੰਗ ਇਸ ਵੇਲੇ 1.5 ਵੋਲਟ ਆ ਤੁਹਾਡਾ ਨਿਊਮੈਰੀਕਲ ਦੇ ਅਕੋਰਡਿੰਗਲੀ ਸਰਕਟ ਡਾਇਗਰਾਮ ਬਣਨਾ क्या इतना समय लग गया Yes. Yes. Yes, sir. ये ਆਪਾਂ ਇਸ ਕੁਐਸਚਨ ਦੇ ਅਕੋਰਡਿੰਗਲੀ ਚਲੀਏ ਉਹਨੇ ਇੰਟਰਨਲ ਰੈਜ਼ਿਸਟੈਂਸ ਕੈਲਕੂਲੇਟ ਕਰਨ ਨੂੰ ਕਹੀ ਆ ਕਿ ਇੰਟਰਨਲ ਰੈਜ਼ਿਸਟੈਂਸ ਸਾਡੀ ਕਿੰਨੀ ਗਿਵਨ ਠੀਕ ਆ ਤੇ ਜੇ ਇੰਟਰਨਲ ਰੈਜ਼ਿਸਟੈਂਸ ਕੱਢਣੀ ਹੈ ਕਿ R ਤੁਹਾਡਾ ਅਨਨੋਨ ਵੇਰੀਏਬਲ ਹੋ ਗਿਆ R ਤੁਹਾਡਾ ਅਨਨੋਨ ਵੇਰੀਏਬਲ ਹੋ ਗਿਆ ਠੀਕ ਹੈ ਜਿਹੜਾ ਤੁਸੀਂ ਕੈਲਕੂਲੇਟ ਕਰਨਾ ਕੁਐਸਚਨ ਚ ਠੀਕ ਹੈ एक सेकंड मैडम चलो इंटरनल रेजिस्टेंस कैलकुलेट करनी जे सर्किट दी टोटल ईएमएफ कढीए सेल पैरेलल चा इसलिए टोटल ईएमएफ जदों कैलकुलेट करांगे ते एक सेल दे बराबर आ जांदी Yes. Yes, sir. यानी जेडी Yes, sir. E डैश की वैल्यू आनी है ना E डैश की वैल्यू अपने को एक सेल दे बराबर ते सारे सेल 2-2 वोल्ट दे आ फिर मैं टोटल वोल्टेज पूरे सर्किट दी इतनी आ ठीक है ते जे एस एच एक इंटरनल रेजिस्टेंस
ਉਹਨੇ ਆਪਣੇ ਕੋਲ ਈਚ ਸੈੱਲ ਦੀ ਪੁੱਛੀ ਆ, ਇੱਕ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ R ਹੋਏਗੀ, ਪੂਰੇ ਸਰਕਟ ਦੀ ਇੰਟਰਨਲ ਕੱਢਣੀ ਹੋਵੇ R ਡੈਸ਼, ਠੀਕ ਹੈ, ਤੇ ਇਹ ਚਾਰੇ ਸੈੱਲ ਪੈਰਲਲ ਚ ਜੁੜੇ ਆ ਤੇ ਰੈਜ਼ਿਸਟੈਂਸ ਕੱਢਣ ਦਾ ਮੈਥਡ ਸਾਡੇ ਕੋਲ ਹੁੰਦਾ 1/R ਡੈਸ਼ ਇਕੁਅਲ ਟੂ 1/R 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 ਰੈਸਿਪਰੋਕਲ ਐਡੀਸ਼ਨ ਕਰਕੇ R डैश की वैल्यू R/4 है। क्या आप क्लियर है? Yes, sir. Yes, sir. Yes, sir. Yes, sir. ਜਿਹੜਾ ਸਰਕਟ ਚ ਟੋਟਲ ਕਰੰਟ ਇਹਨਾਂ ਨੇ ਸੈਂਡ ਕੀਤਾ ਉਹ ਮੰਨ ਲਓ I ਐਂਪੀਅਰ ਆ। ਹੁਣ ਜੇ ਮੈਂ ਇਹਨਾਂ ਦੋਨਾਂ ਰੈਜ਼ਿਸਟੈਂਸ ਨੂੰ ਕੰਬਾਈਨ ਕਰਕੇ ਗਿਣਾ ਤੇ ਮੇਰੀ ਸਰਕਟ ਦੀ ਟੋਟਲ ਐਕਸਟਰਨਲ ਰੈਜ਼ਿਸਟੈਂਸ ਜਿਹੜੀ ਹੈ ਉਹ 15 * 15 / 15 + 15 ਸੋਲਵ ਕਰ ਲਵਾਂ ਤੇ 7.5 ਓਮ ਆ ਜਾਣੀ। ਕਲੀਅਰ ਆ? Yes. Yes, sir. Yes, sir. ਜਿਹੜੀ ਵੋਲਟੇਜ ਐਸਐਚਐਸ ਡਿਵਾਈਸ ਨੇ ਮੇਜਰ ਕੀਤੀ ਆ ਇਹਦੀ ਵੈਲਿਊ ਸਾਡੇ ਕੋਲ ਸਰਕਟ ਦੇ ਅੰਦਰ 1.6 ਵੋਲਟ ਗਿਵਨ V ਆਪਣੇ ਕੋਲ ਹੈਗਾ, ਠੀਕ ਹੈ ਜੀ, EMF ਆਪਣੇ ਕੋਲ ਹੈਗੀ ਆ, ਇੰਟਰਨਲ ਰੈਜ਼ਿਸਟੈਂਸ ਆਪਾਂ ਕੱਢਣੀ ਆ, ਕਿੱਦਾਂ ਕਰੀਏ ਇਸ ਕੁਐਸਚਨ ਨੂੰ? Sir, V is equal to E minus IR. V equal to E minus IR, ਇਹ ਚ R ਕਿਹੜਾ ਲਵਾਂਗੇ? So R dash, sir R dash ਲਵਾਂਗੇ ਜਿਹੜੀ ਉਹਨਾਂ ਦੀ ਟੋਟਲ ਕੱਢੀ, I given ਆਪਣੇ ਕੋਲ sir V upon R ਲਿਖ ਲਾਂਗੇ। Sir, वो तो निकाल Sir, लेंगे यहाँ ना, था total फिर EMF upon इथे total R resistance. dash is equal. ਪਾਰਸ ਬੋਲ ਕੀ ਕਹਿ ਰਿਹਾ? Sir, इथे R dash is equal to E by V minus 1 into R का लग सकता है? R dash equal to E by V minus 1 into R. ਬਿਲਕੁਲ। ਆਪਾਂ ਇੰਟਰਨਲ ਰੈਜ਼ਿਸਟੈਂਸ ਦਾ ਇੱਕ ਡਾਇਰੈਕਟ ਆ ਫਾਰਮੂਲਾ ਵੀ ਪੜਿਆ ਸੀ, R equal to E by V minus 1 into R, ਪੜਿਆ ਜੀ? Yes, sir. Yes, sir. ਆ ਫਾਰਮੂਲਾ ਜਦੋਂ ਸੋਲਵ ਕਰਾਂਗੇ ਚ I ਦੀ ਵੈਲਿਊ ਜਦੋਂ ਬਣਾਵਾਂਗੇ ਅਲਟੀਮੇਟ ਐਂਡ ਆਹੀ ਬੰਨਾ ਫਾਰਮੂਲਾ, ਇਸ ਫਾਰਮੂਲੇ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ? Yes, sir. ਜਿਹੜੇ ਗੂੰਗੇ ਬੱਚੇ ਬਣੇ ਹੁੰਦੇ ਉਹ ਘੱਟੋ ਘੱਟ ਬੋਲਿਆ ਕਰੋ ਕਿਸੇ ਗੱਲ ਤੇ ਤਾਂ ਸਮਝ ਲੱਗੀ ਇੰਨੀ ਗੱਲ ਦੀ? Yes, sir. Yes, sir. Yes, sir. ਵਿੱਚ ਰਿਸਪੌਂਡ ਕਰ ਦਿਆ ਕਰੋ, ਬਾਰ-ਬਾਰ ਕਹਿਣਾ ਪੈਂਦਾ ਤੁਹਾਨੂੰ। ਚਲੋ 48 ਪੜੋ ਜਲਦੀ ਜਲਦੀ ਸਟੇਟਮੈਂਟ, ਮੈਂ ਫੇਰ ਪੁੱਛਣੀ ਹੈ ਸਟੇਟਮੈਂਟ। ਦੀ ਸਟੇਟਮੈਂਟ ਤੇ ਜਿਹਨੂੰ ਪੁੱਛੀ ਜੇ ਨਾ ਬੋਲਿਆ ਤਾਂ ਮੈਂ ਇਧਰੋਂ ਚੁੱਕ ਕੇ ਰਿਮੂਵ ਕਰ ਲੈਣਾ। ਜਲਦੀ ਪੜੋ, ਮੈਂ ਤੁਹਾਡਾ ਨਾਮ ਦੇਖਦਾ ਪਿਆ ਕਿ ਕਿਹਨੂੰ ਪੁੱਛੀਏ। ਚਲੋ 2 ਨਾਮ ਸਿਲੈਕਟ ਹੋ ਗਏ। हर्षल, हर्षल 8 सेल्स है जिनके इंटरनल रेजिस्टेंस 0.5 ओम है और उनका जो ईएमएफ है वो 1.5 वोल्ट गिवन है और हम उसमें एक्सटर्नल रेजिस्टेंस हमें 3 प्रोवाइडेड है और हमें उसको एक अरेंज करना एक पैटर्न में जिससे कि हमें मैक्सिमम करंट मिले हर एक केस में। एक बारी अपने को एक्सटर्नल जे 200 लेके चलिए, फिर दूजी वारी 0.002 लेके चलिए, फिर तीजी वारी 1 ओम लेके चलिए, है ना? ते उन्हें तिन्ना केस पूछा कि करंट दी वैल्यू कैलकुलेट करके दिओ। हुण आपां नूं किद्दां पता लगेगा कि भी इस क्वेश्चन दे अंदर असीं कदों किहड़ा केस बनाना? कोई कंडीशन है दिमाग च जिन्हां असीं दस पाइए की आसानी? एडे भैड़े ना विचों 3 नियाणे रिमूव होए, डिसलिंक होए हुणे हुणे ही आसानी? ही आवाज आ रही है? इंदरप्रीत तो आ बहुत माड़ी गल है, फिर इस गल ना चढ़ना गुस्सा तो मैं रिमूव करके क्लास बंद कर देनी है। जसमीत चीमा
ਕਿੱਦਾਂ ਕਰਾਂਗੇ ਬੇਟਾ ਕਿਹੜੇ ਕੇਸ 'ਚ ਆਪਾਂ ਕਿਹੜਾ ਫਾਰਮੂਲਾ ਲੈ ਸਕਦੇ ਹੈਗਾ ਦਿਮਾਗ 'ਚ ਹੈ ਕੀ ਗੱਲ ਉਹ ਤਾਂ ਪਤਾ ਕਿ ਨਹੀਂ ਪਤਾ ਜਸਮੀਤ No, sir. ਸੁਣੋ ਧਿਆਨ ਨਾਲ ਮਨਨ ਸਹੀ ਲਿਖ ਰਿਹਾ ਸੀ ਪਰ ਉਹ ਸਾਰਿਆਂ ਤੇ ਨਹੀਂ ਲੱਗਣਾ ਬੇਟਾ ਜਿਹੜਾ ਕਹਿ ਰਹੇ ਹੋ ਉਹ ਚੋਂ ਨੇ ਇਹ ਕਿਹਾ ਵਾ ਕਿ ਵੀ ਤੁਹਾਡੇ ਕੋਲ ਐਸਐਚ 8 ਸੈੱਲ ਗਿਵਨ ਆ 8 ਹੈ ਨਾ ਨੰਬਰ ਮੇਰੇ ਕੋਲ ਥੋੜੀ ਮਿਸਪ੍ਰਿੰਟਿੰਗ ਹੈ ਇਸ ਨੰਬਰ ਦੀ Yes, sir. Yes, sir. Yes, sir. यानी कि each of internal resistance 0.5 अपना हर सेल ਉਹਦੀ internal resistance 0.5 ohm given है एवल r small ਦੀ ਵੈਲਿਊ 0.5 ohm ਆ ਗਈ ਠੀਕ ਹੈ ਜੀ 8 ਸੈੱਲ ਆ ਕਹਿੰਦਾ ਜੀ ਹਰ ਸੈੱਲ ਦੀ EMF ਆਪਣੇ ਕੋਲ 1.5 ਵੋਲਟ ਆ ਠੀਕ ਹੈ ਤੇ ਐਕਸਟਰਨਲ ਰੈਜ਼ਿਸਟੈਂਸ ਦੀਆਂ ਤਿੰਨ ਵੈਲਿਊਜ਼ ਗਿਵਨ r1 ਆਪਣੇ ਕੋਲ 200 ohm ਆ R2 ਦੀ ਵੈਲਿਊ 0.002 ਆ ਸ਼ਾਇਦ 0.002 ओम और R3 ਮੇਰੇ ਕੋਲ 1 ओम ਉਹ ਕਹਿੰਦਾ ਕਿ ਵੀ ਮੈਂ ਐਸਐਚ ਜੇ ਮੰਨ ਲਓ ਇਹਦੇ ਚ ਪਹਿਲਾ ਕੇਸ ਇਦਾਂ ਬਣਾਵਾਂ ਕਿ ਵੀ ਮੈਂ R1 ਲੈ ਕੇ ਚੱਲਣੀ ਆ ਸਰਕਟ ਦੇ ਅੰਦਰ ਠੀਕ ਹੈ ਸੈੱਲ ਮੇਰਾ ਗਿਵਨ ਆ 8 ਸੈੱਲ ਹੈ ਇਦਾਂ ਦਾ ਮੇਰੇ ਕੋਲ ਨੰਬਰ ਆਫ ਸੈੱਲ ਜਿਹੜੇ ਆਪਣੇ 8 ਗਿਵਨ ਆ ਕਹਿੰਦਾ ਜੀ 8 ਸੈੱਲ ਗਿਵਨ ਆ ਹਰ ਸੈੱਲ ਦੀ EMF 1.5 ਵੋਲਟ ਆ ਹਰ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ 0.5 ਓਮ ਆ ਤੇ ਜੇ ਐਕਸਟਰਨਲ 200 ਹੋਵੇ ਹੈਨਾ ਤੇ ਇਸ ਕੇਸ ਦੇ ਅੰਦਰ ਮੈਨੂੰ ਸੈੱਲ ਸਾਰੇ ਸੀਰੀਜ਼ ਚਲਾਣੇ ਚਾਹੀਦੇ ਸੈੱਲ ਸਾਰੇ ਪੈਰਲਲ ਚਲਾਣੇ ਚਾਹੀਦੇ ਕਿ ਮਿਕਸਡ ਕੰਬੀਨੇਸ਼ਨ ਤੇ ਅਸੀਂ ਇਹ ਦੱਸਿਆ ਸੀਗਾ ਕਿ ਜੇ ਐਕਸਟਰਨਲ ਰੈਜ਼ਿਸਟੈਂਸ ਸਾਰੇ ਸੈੱਲਾਂ ਦੀ ਮਿਲਾ ਕੇ ਟੋਟਲ ਇੰਟਰਨਲ ਰੈਜ਼ਿਸਟੈਂਸ ਨਾਲੋਂ ਜ਼ਿਆਦਾ ਹੋਵੇ ਤੇ ਅਸੀਂ ਸਾਰੇ ਸੈੱਲ ਸੀਰੀਜ਼ ਚਲਾ ਦਾਂਗੇ ਕੀ ਲਾਈਨ ਸਮਝ ਆਈ ਜੋ ਮੈਂ ਬੋਲੀ Yes. Yes, sir. Yes, sir. Yes, sir. ਜੇ ਕਿਸੇ ਨੂੰ ਡਾਊਟ ਆ ਫੇਰ ਸੁਣੋ ਦੁਬਾਰਾ ਅਸੀਂ ਕਦੋਂ ਸਾਰੇ ਸੈੱਲ ਸੀਰੀਜ਼ ਚਲਾ ਸਕਦੇ ਉਹਦੀ ਕੰਡੀਸ਼ਨ ਕਿ ਜੇ ਤੁਹਾਡੇ ਸਰਕਟ ਦੀ ਟੋਟਲ ਐਕਸਟਰਨਲ ਰੈਜ਼ਿਸਟੈਂਸ ਹੈਨਾ ਟੋਟਲ ਐਕਸਟਰਨਲ ਯਾਨੀ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕੋ ਵਾਰੀ ਚ ਸਾਰੀਆਂ ਰੈਜ਼ਿਸਟੈਂਸ ਨਹੀਂ ਲਾਈਆਂ ਉਹ ਕਹਿੰਦਾ ਵਾਰੀ-ਵਾਰੀ ਇਹਨਾਂ ਚੋਂ ਜੇ ਮੈਂ ਐਕਸਟਰਨਲ ਲਵਾਂ ਤੇ ਉੱਪਰ ਵਾਲੇ ਸੈੱਲਾਂ ਨਾਲ ਉਹਨੂੰ ਮੈਂ ਜੋੜਨਾ ਹੋਵੇ ਤੇ ਕਦੋਂ ਮੈਂ ਸਾਰੇ ਸੈੱਲ ਸੀਰੀਜ਼ ਚਲਾਵਾਂ ਕਦੋਂ ਸਾਰੇ ਪੈਰਲਲ ਤੇ ਕਦੋਂ ਮਿਕਸਡ ਕੰਬੀਨੇਸ਼ਨ ਤੇ ਉਹ ਚ ਅਸੀਂ ਇਹ ਕਿਹਾ ਸੀਗਾ ਕਿ ਸਾਰੇ ਸੈੱਲ ਸੀਰੀਜ਼ ਚਲਾ ਦਿਓ 8 ਦੇ 8 ਠੀਕ ਹੈ ਜੀ ਪ੍ਰੋਵਾਈਡਡ ਐਕਸਟਰਨਲ ਰੈਜ਼ਿਸਟੈਂਸ ਇੰਟਰਨਲ ਤੋਂ ਗ੍ਰੇਟਰ ਆ ਜੇ ਇੱਕ ਸੈੱਲ ਦੀ ਇੰਟਰਨਲ 0.5 ਆ 8 ਸੈੱਲ ਮੈਂ ਸੀਰੀਜ਼ ਚਲਾ ਦਵਾਂ ਮੇਰੀ ਟੋਟਲ ਇੰਟਰਨਲ ਕਿੰਨੀ ਬਣੀ 4. 4 ohm 4, sir. ਤੇ ਪਹਿਲੇ ਕੇਸ ਦੇ ਅੰਦਰ ਜੇ ਮੈਂ ਲੈ ਕੇ ਚੱਲਾਂ ਮੇਰੀ ਐਕਸਟਰਨਲ ਰੈਜ਼ਿਸਟੈਂਸ ਇੱਕ 200 ohm ਹੈਗੀ ਹੈ ਇਹ ਮਤਲਬ 200 ohm is quite greater than total internal resistance क्या आ लाइन समझ आ गई Yes. Yes, sir. Yes, sir. इंटरनल तो ग्रेटर आई आ तो उस केस दे अंदर मेनू सेल सीरीज सारे लाए दी एडवांटेज होएगी इन मतलब ਆਪਾਂ ਪਹਿਲਾ ਕੇਸ ਇਹ ਬਣਾਈਏ if R1 equal to 200 ohm ठीक है then to get maximum current ठीक है जी from the cell we connect all cells in series इस करके सारे के सारे सेल सीरीज चला दिए क्या आ गल समझ लगी Yes, sir. Yes, sir. इसका मतलब अपना सर्किट बना दिए ते आ चीज इदा बन गई इस वे ना 8 सेल सीरीज चलाते ਤੇ ਇਹਨੂੰ ਐਕਸਟਰਨਲ ਰੈਜ਼ਿਸਟਰ 200 ਓਮ ਦੇ ਨਾਲ ਅਟੈਚ ਕਰਤਾ ਤੇ ਇਸ ਕੇਸ ਦੇ ਅੰਦਰ ਆਪਣੇ ਕੋਲ ਜਿਹੜੀ ਟੋਟਲ ਐਕਸਟਰਨਲ ਆ ਉਹ 200 ਆ ਜਿਹੜੀ ਟੋਟਲ ਇੰਟਰਨਲ ਬਣੇਗੀ ਟੋਟਲ ਇੰਟਰਨਲ ਜਿਹੜੀ ਬਣੇਗੀ ਠੀਕ ਹੈ ਉਹਦੀ ਵੈਲਿਊ ਆਪਣੇ ਕੋਲ 8R ਆ ਜੂ Yes, sir. Yes, sir. Yes, sir. R ओम दी आ हर रेजिस्टेंस जे R दी हुई ते 8 जोड़ियां वा ते टोटल 8R रेजिस्टेंस आ गई यानी 8 into 0.5 equal to 4 ohm therefore इस केस दे अंदर जे करंट कढी है ते करंट दा फार्मूला सीरीज वास्ते सीगा अपने कोल NE over R plus NR
मान लो नहीं याद आता फॉर्मूला, सिंपल ला दियो, टोटल ईएमएफ बाय टोटल रेजिस्टेंस। टोटल ईएमएफ अपनी 8E होगी, 8 टाइम 1.5 आ गई, ओवर एक्सटर्नल अपने को 200 आ गई और टोटल इंटरनल 4 आ गई। सॉल्व कर दिए, अपने को करंट की वैल्यू आ गई। क्या आप बात समझ लग गया? Yes, sir. Yes. Yes, sir. Yes, sir. ਇਹਦੇ ਸੈਕਿੰਡ ਪਾਰਟ ਦੇ ਅੰਦਰ ਆਪਣੇ ਕੋਲ ਜੇ ਐਸ ਸੱਚ 8 ਸੈੱਲ ਲਈਏ, 8 ਸੈੱਲ ਦੀ ਹੁਣ ਆਪਾਂ ਰੈਜ਼ਿਸਟੈਂਸ ਆ ਵਾਲੀ ਲੈਣ ਲੱਗੇ 0.02 ਓਮ ਜਿਹੜੀ। ਹੁਣ ਇਹਦੇ ਅਕੋਰਡਿੰਗਲੀ ਜੇ 8 ਸੈੱਲ ਆ, 8 ਦੇ 8 ਸੈੱਲ ਜੇ ਮੈਂ ਪੈਰਲਲ ਚਲਾ ਦਵਾਂ ਤੇ ਪੈਰਲਲ ਚਲਾ ਕੇ ਇੱਕ ਰੈਜ਼ਿਸਟੈਂਸ 0.5 ਆ, 8 ਸੈੱਲ ਪੈਰਲਲ ਚਲਾਤੇ ਤੇ ਟੋਟਲ ਇੰਟਰਨਲ ਕੱਢ ਲਓ ਕਿੰਨੀ ਬਣ ਗਈ 0.5 8 ਸੈੱਲ ਪੈਰਲਲ ਚਲਾਏ ਤੇ ਇਹ ਮੇਰੇ ਕੋਲ ਐਸ ਸੱਚ ਜਿਹੜੀ ਰੈਜ਼ਿਸਟੈਂਸ ਦੀ ਵੈਲਿਊ ਆ ਉਹ 8/0.5 ਆ ਜੂ, ਸੌਰੀ ਉਲਟ ਬੋਲ ਗਿਆ 0.5/8 ਆ ਜੂ। Yes, Yes, sir. Yes, sir. ਆਪਾਂ ਜਦੋਂ ਪੈਰਲਲ ਚਲਾਵਾਂਗੇ 1/r ਯਾਨੀ ਟੋਟਲ ਆ ਗਿਆ 8/r, ਉਹ ਆਇਆ 1/r ਡੈਸ਼। ਇੱਥੇ ਲਿਖ ਰਿਹਾ ਬੇਟਾ ਇਸ ਚੀਜ਼ ਨੂੰ ਜੇ ਕਿਸੇ ਨੂੰ ਡਾਊਟ ਹੋਵੇ। ਸੈਕਿੰਡ ਕੇਸ ਦੇ ਅੰਦਰ ਜੇ ਆਪਾਂ 1/r ਡੈਸ਼ ਕੱਢੀਏ ਤੇ ਆਪਣੀ ਰੈਜ਼ਿਸਟੈਂਸ ਦੀ ਵੈਲਿਊ ਆ ਗਈ 1/0.5 ਅਪ ਟੂ 8 ਟਾਈਮ ਆਣਾ, up to 8 टाइम आ जाएगा तो therefore 1/r dash की वैल्यू 8/0.5, ਇਹਦਾ ਮਤਲਬ r dash ਦੀ ਵੈਲਿਊ 0.5/8 ਆ ਗਈ। ਕਲੀਅਰ ਆ? Yes, sir. Yes, sir. Yes, sir. एक्सटर्नल रेजिस्टेंस में लेके चला, ठीक है, इनको अपन सॉल्व कर लिए थे 5/80 आ गया, ठीक है जी 5/80 आ गया, 5/80 मीन अपने को 1/16 बन गया, ठीक है। इन्नी अपने को आई आ r डैश ते एक्सटर्नल अपनी जेडी s वाली आई आ, एक्सटर्नल की वैल्यू है 0.002 ओम ते इस वैल्यू दे कंपैरेटिवली है ना, जे s वाले एक्सटर्नल लवा ते एक्सटर्नल अपनी इंटरनल नालों छोटी रह जू। Yes, sir. Yes, sir. yes, sir. हाँ जी Yes, sir. ठीक है, ते जे इस मूवमेंट पे एक्सटर्नल अपनी जेडी आ देयरफॉर टेबल लिख लो, एक्सटर्नल रेजिस्टेंस इज लेसर देन इंटरनल रेजिस्टेंस। ते जे ये कंडीशन बन जावे ते फिर इस केस दे अंदर जेड़ा करंट होएगा, इस केस च जेड़ा करंट होएगा ओदी वैल्यू अपने को जेडी एसएच टोटल ईएमएफ, ठीक है, टोटल ईएमएफ पैरेलल च एक सेल दे बराबर बचदी हुंदी ओवर टोटल रेजिस्टेंस यानी R2 प्लस R डैश। क्या इतनी गल क्लियर है? Yes. Yes, sir. yes, टोटल अपने को लगी ईएमएफ सीगी अपनी 1.5 वोल्ट, एक्सटर्नल रेजिस्टेंस आ गई 0.002 और टोटल इंटरनल साडी वैल्यू आ गई 1/16। आ सॉल्व कर लिए ते अपने को जेड़ा एसएच करंट इन पैरेलल आ जू। Yes. Yes, sir. Yes, sir. साइड ਦੇ ਉੱਤੇ ਮੈਂ ਤਾਂ ਨਹੀਂ ਬਣਾਇਆ ਕਿ ਉਹਨੇ ਥਾਂ ਆਪਣੀ ਕਿੰਨੀ ਲੈ ਜਾਣੀ, ਠੀਕ ਹੈ ਜੀ, ਉਹ ਚ ਕਿੰਨਾ ਵੱਡਾ ਸਰਕਟ ਬਣ ਜਾਣਾ 8 ਸੈੱਲ ਪੈਰਲਲ ਚ ਦਿਖਾ ਕੇ। ਅਦਰ ਸਿੰਪਲ 8 ਸੈੱਲ ਪੈਰਲਲ ਚਲਾਏ ਤੇ ਐਕਸਟਰਨਲ ਰੈਜ਼ਿਸਟੈਂਸ ਨੂੰ ਅਟੈਚ ਕੀਤਾ ਬੇਟਾ। ਕੀ ਸੈਕੰਡ ਪਾਰਟ ਕਲੀਅਰ ਆ? Yes, sir. yes, sir. Yes, sir. ਚਲੋ yes, sir. ਥਰਡ ਪਾਰਟ ਹੁਣ ਆਪਣੇ ਆਪ ਚ ਸਮਝੋ, ਠੀਕ ਹੈ, ਕਰਨਾ ਤੁਸੀਂ ਆ। ਹੁਣ ਜਿਹੜੀ ਐਕਸਟਰਨਲ ਆਪਣੇ ਕੋਲ ਗਿਵਨ ਆ 1 ਓਮ ਹੈ ਨਾ, ਆਪਣਾ ਆ ਦੇਖੀ ਆ ਐਕਸਟਰਨਲ ਤੇ ਆ ਐਕਸਟਰਨਲ ਜਿਹੜੀਆਂ ਸੀਗੀਆਂ ਇਹ ਸੀਰੀਜ਼ ਔਰ ਪੈਰਲਲ ਦਾ ਕੇਸ ਬਣਾ ਗਈਆਂ। ਹੁਣ ਜੇ ਇੰਟਰਨਲ ਮੈਂ ਲੈ ਕੇ ਚੱਲਾਂ 1 ਆਪਣੀ 0.5 ਆ ਹੁਣ ਔਰ ਐਕਸਟਰਨਲ ਮੇਰੇ ਕੋਲ 1 ਓਮ ਆ, ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਮੈਂ 8 ਸੈੱਲ ਦਾ ਹੁਣ ਕੋਈ ਕੰਬੀਨੇਸ਼ਨ ਸੋਚਾਂਗਾ, ਸੀਰੀਜ਼ ਕੰਬੀਨੇਸ਼ਨ ਤਾਂ ਬਣ ਹੋ ਰਿਹਾ ਕਿਉਂਕਿ ਸੀਰੀਜ਼ ਦੇ ਅੰਦਰ ਜਦੋਂ 8 ਸੈੱਲ ਆਪਾਂ ਲਾਣੇ ਤੇ ਟੋਟਲ ਰੈਜ਼ਿਸਟੈਂਸ 4 ਓਮ ਆ ਗਈ, ठीक है, गिवन मेरी एक्सटर्नल जेडी 1 ओम आ, ठीक है, जे मैं इनु कंपैरेटिव करा ਇਹਦੇ ਨਾਲ ਤੇ ਇਹਦੇ ਨਾਲ ਵੀ ਕੰਪੇਅਰ ਨਹੀਂ ਹੋ ਰਿਹਾ, ਇਹਦਾ ਮਤਲਬ ਆ ਕਿ ਜਿਹੜਾ ਥਰਡ ਕੰਬੀਨੇਸ਼ਨ ਬਚਦਾ ਉਹ ਇੱਕੋ ਹੀ ਰਹਿ ਜਾਂਦਾ ਕਿ ਐਕਸਟਰਨਲ ਤੇ ਇੰਟਰਨਲ ਜਿਹੜੀਆਂ ਉਹ ਕੰਪੇਅਰੇਬਲ ਹੋ ਸਕਦੀਆਂ, ਮਤਲਬ ਆਲਮੋਸਟ ਅਸੀਂ ਕਹਿੰਦੇ ਜਿਹੜੀਆਂ ਉਹ ਇਕੁਅਲ ਹੋ ਸਕਦੀਆਂ, ਠੀਕ ਹੈ। ਤੇ ਜੇ ਇਕੁਅਲ ਹੋਣ ਤੇ ਅਸੀਂ ਕਹਿੰਦੇ ਉਹ ਮਿਕਸਡ ਕੰਬੀਨੇਸ਼ਨ ਬਣਦਾ ਬੇਟੇ। Yes, sir. Yes, sir. yes, Sir. sir.
ਹੁਣ ਜੇ ਮੈਂ ਮਿਕਸਡ ਕੰਬੀਨੇਸ਼ਨ ਦੇ ਅਕੋਰਡਿੰਗਲੀ ਇਹਨੂੰ ਡਿਫਾਈਨ ਕਰਾਂ, ਹੁਣ ਮਿਕਸਡ ਕੰਬੀਨੇਸ਼ਨ ਸੋਚਣ ਵਾਲੀ ਗੱਲ ਇਹ ਆ 8 ਸੈੱਲ ਵਾ ਹਨਾ, ਜਦੋਂ ਮੈਂ ਮਿਕਸਡ ਕੰਬੀਨੇਸ਼ਨ ਚ ਲਾਣੇ ਆ, ਕਿਆ ਮੈਂ ਔਰ ਇਹਨਾਂ ਜਦੋਂ ਸੈੱਲਾਂ ਨੂੰ ਅਟੈਚ ਕਰਨਾ, ਕਿਆ ਮੇਰੇ ਕੋਲ 2-2 ਸੈੱਲਾਂ ਦੀਆਂ 4 ਰੋ ਬਣਨਗੀਆਂ ਜਾਂ 4 ਸੈੱਲ ਦੀਆਂ 2 ਰੋ ਬਣਨਗੀਆਂ? ਕਿਆ ਗੱਲ ਸਮਝ ਲੱਗੀ ਜੋ ਬੋਲਿਆ ਮੈਂ? Yes. Yes. हाँ जी सर। Yes, sir. ਕੰਬੀਨੇਸ਼ਨ ਆ ਉਹ ਇੱਕ ਸਿਮੈਟ੍ਰਿਕ ਪੈਟਰਨ ਦਾ ਹੋਏਗਾ, ਇਹ ਨਹੀਂ ਹੋਏਗਾ ਪਹਿਲੀ ਰੋ ਦੇ ਵਿੱਚ ਜਿਹੜੇ ਨੇ 4 ਲੱਗ ਗਏ, ਦੂਜੀ ਰੋ ਚ 3 ਲੱਗ ਗਏ, ਤੀਜੀ ਰੋ ਚ 2 ਲੱਗ ਗਏ, ਚੌਥੀ ਚ 1 ਲੱਗ ਗਿਆ, ਇਦਾਂ ਨਹੀਂ ਹੋਏਗਾ। ਜਾਂ ਆਪਾਂ ਜੇ ਇਹਦਾ ਕੰਬੀਨੇਸ਼ਨ ਲਈਏ ਟੋਟਲ 8 ਸੈੱਲ ਵਾ, ਇਹਦਾ ਮਤਲਬ ਇਹਨੂੰ ਮੈਂ ਇਦਾਂ ਪੜਾਂ here m into n equal to a, ਕਿ ਵੀ ਜਿਹੜੇ ਆਪਣੇ ਸੈੱਲ ਨੇ m into n, ਉੱਥੇ n ਆਪਾਂ ਹੁਣ ਛੱਡ ਦਿੱਤਾ ਵਰਡ, ਆਪਣੇ ਕੋਲ ਜਿਹੜੇ ਟੋਟਲ 8 ਸੈੱਲ ਨੇ ਉਹਨਾਂ ਚੋਂ ਕੁਛ ਇੱਕ ਸੈੱਲ ਇੱਕ ਸੀਰੀਜ਼ ਚ ਲੱਗਣੀ ਆ, ਇੱਕ ਰੋ ਚ ਲੱਗਣੇ ਆ, ਇੱਕ ਰੋ ਚ ਜਿੰਨੇ ਸੈੱਲ ਅਟੈਚ ਕਰਦੇ ਉਹਨੂੰ n ਕਹਿੰਦੇ ਆ, ਉਹਨਾਂ ਦੀਆਂ ਜਿੰਨੀਆਂ ਰੋਜ਼ ਲੈਣੇ ਆ ਉਹਨੂੰ m ਕਹਿੰਦੇ ਬੇਟਾ। Yes. Yes, हाँ जी सर। m into n ਕਰਕੇ 8 ਬਣਨਾ। ਹੁਣ m into n 8 ਕਦੋਂ ਬਣ ਸਕਦਾ? ਦੋ ਹੀ ਕੰਬੀਨੇਸ਼ਨ ਆ, ਜਾਂ ਤਾਂ 2 into 4 ਹੋਵੇ ਜਾਂ 4 into 2 ਹੋਵੇ। ਇਹ ਮਤਲਬ ਜੇ 2 into 4 ਹੋਇਆ ਤੇ ਇਹਦੇ ਮਤਲਬ 2 ਰੋ ਬਣੀਆਂ ਤੇ ਹਰ ਰੋ ਚ 4 ਸੈੱਲ ਆਏ, ਜਾਂ ਪੁੱਠਾ ਕੀ ਹੋਏਗਾ ਕਿ 4 ਰੋ ਬਣੀਆਂ ਤੇ ਹਰ ਰੋ ਚ 2 ਸੈੱਲ ਆਏ, ਇਹੀ ਦੋ ਕੰਬੀਨੇਸ਼ਨ ਬਣੋਗੇ। हाँ जी सर। Yes sir। Yes, sir. yes sir, ਅਟੈਂਪਟ ਕਰੋਗੇ ਇਹ ਚੀਜ਼ ਤੁਸੀਂ ਸੋਲਵ ਕਰੋਗੇ ਕਿ ਵੀ ਆਪਣੇ m ਦੀ ਵੈਲਿਊ 2 ਆ ਕਿ n ਦੀ ਵੈਲਿਊ 2, ਇਹ ਪਾਰਟ ਤੁਸੀਂ ਸੋਲਵ ਕਰਕੇ ਦੱਸੋਗੇ ਕਿ ਵੀ ਤੁਹਾਡੇ ਕੋਲ ਕੰਬੀਨੇਸ਼ਨ ਕਿੱਦਾਂ ਅਟੈਚ ਆ। ਇਹ ਨਿਕਲ ਸਮਝ ਲੱਗੀ ਬੱਚੇ? Yes. हाँ जी सर। Yes sir। ਇਸ ਨਿਊਮੈਰੀਕਲ ਦਾ ਥਰਡ ਪਾਰਟ ਸਿਰਫ ਤੁਹਾਨੂੰ ਸੋਲਵ ਕਰਨ ਨੂੰ ਦੇ ਰਿਹਾ, ਇੰਪੋਰਟੈਂਟ ਹੈਗਾ, ਪੇਪਰ ਚ ਆ ਜਾਏ ਤੇ ਇਹ ਚੀਜ਼ ਸੋਚਣ ਵਾਲੀ ਹੁੰਦੀ ਹੈ, ਇਸ ਲਈ ਥੋੜਾ ਜਿਹਾ ਇਸ ਚੀਜ਼ ਦੇ ਉੱਤੇ ਤੁਸੀਂ ਇੱਕ ਵਾਰੀ ਸਟ੍ਰੈਸ ਦੋਗੇ ਕਿ ਵੀ ਆਪਣੇ ਕੰਬੀਨੇਸ਼ਨ ਬਣਨਾ ਕੀ ਹੈ। ਕਿਤੇ ਹੋ ਸਕਦਾ ਬੇਟਾ ਜੋ ਤੂੰ ਕਹਿ ਰਹੀ m equal to 2 ਉਹੀ ਹੋਵੇ, ਪਰ ਉਹਦਾ ਸੋਲੂਸ਼ਨ ਕੀ ਬਣਾਏਗੀ, ਉਸ ਕੇਸ ਚ ਕਰੰਟ ਦੀ ਵੈਲਿਊ ਕਿੱਦਾਂ ਕੱਢੇਗੀ, ਉਹ ਕੱਢ ਕੇ ਪੂਰਾ ਦੇਖਣਾ ਬੇਟਾ। ਓਕੇ okay sir, ਚਲੋ ਨੈਕਸਟ ਹੈਗਾ ਨਿਊਮੈਰੀਕਲ ਤੁਹਾਡੇ ਕੋਲ, ਠੀਕ ਹੈ ਜੀ 49 ਸਟੇਟਮੈਂਟ ਪੜ੍ਹ ਲਓ ਇੱਕ ਵਾਰੀ, ਮੈਂ ਫੇਰ ਸਟੇਟਮੈਂਟ ਪੁੱਛਣੀ ਆ, ਪੜੋ ਜਲਦੀ। ਸਰ ਸਰ ਜਿਹੜਾ ਸੀ ਪਾਰਟ ਸੀਗਾ ਇਹਦੇ ਵਿੱਚ ਅਸੀਂ ਇਹ ਵੀ ਦੱਸਣਾ ਹੁੰਦਾ ਕਿ ਅਸੀਂ ਇਹ ਵਾਲਾ ਕੰਬੀਨੇਸ਼ਨ ਕਿਉਂ ਪ੍ਰੈਫਰ ਕੀਤਾ, ਜਾਂ ਜੇ ਸਾਨੂੰ ਸਿੱਧਾ ਪਤਾ ਲੱਗਦਾ ਤੇ ਅਸੀਂ ਲਿਖ ਦਈਏ? ਨਹੀਂ ਤੁਸੀਂ ਕਿਸੇ ਨੂੰ ਕੁਝ ਦੱਸਣਾ, ਤੁਸੀਂ ਇਹ ਲੌਜੀਕ ਦੇਖਣਾ ਕਿ ਵੀ ਕਰੰਟ ਦੋਨਾਂ ਕੇਸਿਸ ਦੇ ਵਿੱਚੋਂ ਕਦੋਂ ਮੈਕਸਿਮਮ ਆ, ਠੀਕ ਹੈ ਨਾ। ਤੁਸੀਂ ਉਹ ਆਪਣੇ ਵਾਸਤੇ ਸੋਲਵ ਕਰੋਗੇ ਕਿ ਵੀ ਮੈਂ ਜੇ ਸੈੱਲ m2 ਰੱਖ ਕੇ ਯਾਨੀ 2 ਰੋ ਬਣਾਵਾਂ ਤੇ 4 ਸੈੱਲ ਦੀ ਰੋ ਬਣਾਵਾਂ, ਫਿਰ ਮੇਰਾ ਕਰੰਟ ਕੀ ਹੈ, ਤੇ ਜੇ ਮੈਂ ਦੂਜੇ ਮੈਥਡ ਨਾਲ ਕਰਾਂ ਫਿਰ ਮੇਰਾ ਕਰੰਟ ਕੀ ਹੈ। ਇਹ ਤੁਸੀਂ ਸੋਚਣਾ, ਤੁਸੀਂ ਉਹਦੇ ਐਲੈਬੋਰੇਟ ਉਹਨੂੰ ਥਿਊਰੀ ਵਾਈਜ਼ ਨਹੀਂ ਕਰਨਾ, ਮੈਂ ਇਹ ਕੰਬੀਨੇਸ਼ਨ ਕਿਉਂ ਲੈ ਲਿਆ, ਠੀਕ ਹੈ ਨਾ। ਓਕੇ ਸਰ। ਕਰੰਟ ਜ਼ਰੂਰ ਆਪਣਾ ਮੈਕਸਿਮਮ ਹੋਣਾ ਚਾਹੀਦਾ ਜਿਹੜਾ ਵੀ ਅਸੀਂ ਕੰਬੀਨੇਸ਼ਨ ਲੈਣਾ। ਚਲੋ 49 ਜਾਂ ਜਿਹੜਾ ਵੀ ਨਿਊਮੈਰੀਕਲ ਆ ਉਹ ਪੜੋ ਜਲਦੀ, ਮੈਂ ਸਟੇਟਮੈਂਟ ਪੁੱਛਣੀ ਹੈ। ਅੱਛਾ ਦੇਖ ਲਓ, ਜਿੱਦਾਂ ਹੀ ਮੈਂ ਕਹਿੰਦਾ ਨਾ ਮੈਂ ਸਟੇਟਮੈਂਟ ਪੁੱਛਣੀ, 2 ਤੋਂ 3 ਜਣੇ ਜ਼ਰੂਰ ਲੀਵ ਕਰਦੇ ਤੇ ਉਹ ਜਿੱਦਾਂ ਹੀ ਲੱਗਦਾ ਕਿ ਸਟੇਟਮੈਂਟ ਵਾਲਾ ਕੰਮ ਮੁੱਕ ਗਿਆ ਹੁਣ ਨਾਲ ਹੀ ਆ ਜਾਂਦੇ ਵਾਪਸ। चलो 49 स्टेटमेंट कौन एक्सप्लेन करेगा अपने आप? विक्रम सर। विक्रम विक्रम सर एक सर गैल्वेनोमीटर है सर, अननोन रेजिस्टेंस में सर सीरीज जुड़ा है वा अक्रॉस सर 2 आइडेंटिकल बैटरीज सर 1.5 वोल्ट ਦੀਆਂ ਤੇ ਸਰ ਜਦੋਂ ਬੈਟਰੀ ਸਰ ਸੀਰੀਜ਼ ਚ ਕਨੈਕਟਡ ਆ ਤੇ ਗੈਲਵੇਨੋਮੀਟਰ ਤੇ ਸਰ ਕਰੰਟ 1 ਐਂਪੀਅਰ ਸ਼ੋ ਹੁੰਦਾ ਵਾ, ਤੇ ਜਦੋਂ ਬੈਟਰੀਜ਼ ਪੈਰਲਲ ਚ ਆ ਤੇ ਸਰ ਕਰੰਟ 0.6 ਐਂਪੀਅਰ ਸ਼ੋ ਹੁੰਦਾ ਵਾ। ਸਾਨੂੰ ਪੁੱਛਿਆ ਗਿਆ ਕਿ ਇੰਟਰਨਲ ਰੈਜ਼ਿਸਟੈਂਸ ਕੈਲਕੂਲੇਟ ਕਰੋ ਬੈਟਰੀ ਦੀ। ਜੇ ਪੁੱਤ ਮੈਂ ਇਹਦਾ ਸਰਕਟ ਬਣਾਵਾਂ ਹੈ ਨਾ, ਇਸ ਕੁਐਸਚਨ ਦਾ ਕੀ ਬਣੇਗਾ, ਕਿਦਾਂ ਤੇਰੇ ਦਿਮਾਗ ਚ ਆਊਗਾ ਕਿ ਵੀ ਕੀ ਕਰੀਏ? ਪਤਾ ਨਹੀਂ ਸਰ। ਹਾਂ ਸਰ ਇਦਾਂ ਦਾ ਕੁਝ ਦਿਮਾਗ ਚ ਨਹੀਂ। ਨਹੀਂ ਮੂੰਹ ਬੋਲ ਕੇ ਆਪਾਂ ਦੱਸ ਸਕਦੇ ਕਿ ਵੀ ਆਪਾਂ ਕਿਦਾਂ ਸੈੱਲ ਜੋੜੇ, ਉਹਨਾਂ ਰੈਜ਼ਿਸਟੈਂਸ ਕਿਦਾਂ ਜੋੜਦੀਆਂ, ਕੁਝ ਹੈ ਦਿਮਾਗ ਚ? ਬਣ ਜੂ ਸਰਕਟ ਵਿਕਰਮ? ਤੁਸੀਂ ਸਰ ਬਣਾ ਕੇ ਦਿਖਾ ਦਿਓ ਸਰ ਇੱਕ ਤਰੀਕੇ। ਚਲੋ
चलो मैं ऐसा एक बार एक्सप्लेन करता ਉਹਨੇ ਸਿੰਪਲੀ ਇਹ ਕਿਹਾ ਬੇਟਾ ਅੱਗੇ ਐਮੀਟਰ ਬੋਲਦਾ ਵਾ ਕਰੰਟ ਮੇਜਰ ਕਰਨ ਲਈ ਉਹਨੇ ਗੈਲਵੇਨੋਮੀਟਰ ਕਹਿਤਾ ਉਹ ਕਹਿੰਦਾ ਜੀ ਇੱਕ ਗੈਲਵੇਨੋਮੀਟਰ ਆ ਤੇ ਇੱਕ ਅਨਨੋਨ ਰੈਜ਼ਿਸਟੈਂਸ ਆ ਦੋਨੋਂ ਚੀਜ਼ਾਂ ਸੀਰੀਜ਼ ਚ ਜੋੜ ਦਿਓ ਇੱਕ ਗੈਲਵੇਨੋਮੀਟਰ ਠੀਕ ਹੈ ਤੇ ਇੱਕ ਅਨਨੋਨ ਰੈਜ਼ਿਸਟੈਂਸ ਇਹ ਦੋ ਚੀਜ਼ਾਂ ਅਸੀਂ ਸੀਰੀਜ਼ ਚ ਜੋੜ ਦਿੱਤੀਆਂ ਉਹ ਕਹਿੰਦਾ ਜੀ ਇਸ ਕੰਬੀਨੇਸ਼ਨ ਨੂੰ ਤੁਸੀਂ ਅਟੈਚ ਕਰਨਾ ਇਹਦੇ ਨਾਲ ਦੋ ਬੈਟਰੀਜ਼ ਗਿਵਨ ਆ ਠੀਕ ਹੈ 1.5 ਵੋਲਟ ਇੱਕ ਵਾਰੀ ਦੋਨੋਂ ਬੈਟਰੀ ਸੀਰੀਜ਼ ਚਲਾ ਦਿਓ ਯਾਨੀ ਇੱਕ ਵਾਰੀ ਇਸ ਕੰਬੀਨੇਸ਼ਨ ਨੂੰ ਤੁਸੀਂ ਸੀਰੀਜ਼ ਦੇ ਅੰਦਰ ਦੋ ਸੈੱਲ ਲਗਾ ਕੇ ਉਹਨਾਂ ਅਟੈਚ ਕਰ ਦਿਓ ਕਲੀਅਰ ਹੈ ਨਿਕਲ Yes, sir. Yes, sir. ਦੂਜੀਆਂ ਜਿਹੜੀਆਂ ਇਹੀ ਦੋ ਸੈੱਲ ਜਿਹੜੇ ਨੇ ਇਹ ਤੁਸੀਂ ਪੈਰਲਲ ਚ ਅਟੈਚ ਕਰ ਲਓ ਤੇ ਇਸ ਕੰਬੀਨੇਸ਼ਨ ਨੂੰ ਫਿਰ ਤੁਸੀਂ ਇੱਕ ਗੈਲਵੇਨੋਮੀਟਰ ਨਾਲ ਤੇ ਇੱਕ ਰੈਜ਼ਿਸਟਰ ਦੇ ਨਾਲ ਅਟੈਚ ਕਰ ਦਿਓ ਠੀਕ ਹੈ ਤੇ ਦੋਨੋਂ ਵਾਰੀ ਜਿਹੜਾ ਤੁਹਾਡੇ ਕੋਲ ਕਰੰਟ ਆ ਉਹਨੇ ਡਿਫਾਈਨ ਕੀਤਾ ਦੇਖੋ ਕੀ ਕੀ ਗਿਵਨ ਉਹ ਕਹਿੰਦਾ ਬੱਚੇ ਗੈਲਵੇਨੋਮੀਟਰ ਰਿਕਾਰਡ a current of 1 ampere when in series and 0.6 ampere when in parallel यानी इस केस के अंदर अपना I2 ਤੇ ਇਸ ਕੇਸ ਦੇ ਅੰਦਰ ਆਪਣਾ ਕਰੰਟ I1 ਤੇ ਕੁਐਸਚਨ ਦੇ ਅਕੋਰਡਿੰਗਲੀ I1 ਆਪਣੇ ਕੋਲ 1 ਐਂਪੀਅਰ ਆ ਤੇ I2 ਦੀ ਵੈਲਿਊ ਆਪਣੇ ਕੋਲ 0.6 ਐਂਪੀਅਰ ਆ ਠੀਕ ਹੈ ਜਦੋਂ ਸੈੱਲ ਸੀਰੀਜ਼ ਚ ਜੋੜੇ ਆਇਡੈਂਟੀਕਲ EMF ਦੇ ਸੈੱਲ ਵਾ ਹਨਾ ਵੋਲਟੇਜ ਗਿਵਨ ਇਹਦੇ ਨਾਲ ਇਸ ਕੇਸ ਦੇ ਅੰਦਰ ਜਦੋਂ ਸੀਰੀਜ਼ ਚ ਜੋੜਾਂਗੇ ਤੇ ਆਪਣੇ ਪਹਿਲੇ ਕੇਸ ਦੇ ਅੰਦਰ ਜਿਹੜੀ ਇਕੁਇਵਲੈਂਟ EMF ਆ ਉਹ 2E यानी 3 वोल्ट आ जाएगी और दूसरे केस के अंदर जो सेल पैरेलल च जोड़ांगे ते टोटल ईएमएफ एक सेल दे ਅਸੀਂ ਕਿੰਨੇ ਬਰਾਬਰ ਰਹਿ ਜਾਣਗੇ यानी इस केस च टोटल ईएमएफ E यानी 1.5 वोल्ट आएगी समझ लगी नहीं गल Yes, sir. Yes. ਜਦੋਂ ਜੁੜੇ ਆ ਤੇ ਸੀਰੀਜ਼ ਦੇ ਅੰਦਰ ਆਪਣੀ ਟੋਟਲ ਰੈਜ਼ਿਸਟੈਂਸ 2R ਬਣ ਜਾਣੀ ਆ पैरेलल जो जुड़े हैं तो टोटल रेजिस्टेंस साडी R/2 बन जानी है क्लियर है निकल Yes, हाँ जी सर. Yes, sir. Yes, sir. नाउ करंट के फार्मूला लिखो की लिखा करंट का फार्मूला total Total EMF. Total Total EMF, EMF total over total resistance. resistance. टोटल ईएमएफ अपनी आ गई जी पहले केस के अंदर SH E डैश ओवर टोटल रेजिस्टेंस R प्लस R डैश है ना जे ਇਹਦੀ ਵੈਲਿਊ ਬਣਾਈਏ ਤੇ देयरफॉर पहले केस इक्वेशन बन गई 1 इक्वल टू 3 ओवर एक्सटर्नल रेजिस्टेंस ਦੀ ਵੈਲਿਊ ਆਪਣੇ ਕੋਲ ਗਿਵਨ ਹੈ ਕਿ ਨਹੀਂ ਨਹੀਂ ਉਹ ਵੀ ਅਨਨੋਨ No, sir. ਬਿਲਕੁਲ ਜੀ ਇਹ ਦੋਨੇ ਦੇ ਦੋਨੋਂ ਵੇਰੀਏਬਲ ਆਪਣੇ ਅਨਨੋਨ ਆ R प्लस R डैश ਦੀ ਥਾਂ ਤੇ ਆ ਗਿਆ 2R एक इक्वेशन बनूगी सेकंड इक्वेशन आ गई 0.6 इक्वल टू 1.5 ओवर R प्लस R/2 क्लियर है जी सर बोलो जी सर गैल्वेनोमीटर भी इंक्लूड करना कि नहीं गैल्वेनोमीटर रेजिस्टेंस में गैल्वेनोमीटर की कह रही रेजिस्टेंस में लेना है कि नहीं टोटल दोनों मेथड हो सकते बेटा बेशक ਉਹਨੂੰ प्लस G करके लिख लो अदरवाइज ਛੱਡ ਦਿਓ ਰਿਜ਼ਲਟ 'ਚ ਕੋਈ ਫਰਕ ਨਹੀਂ ਆਣਾ ठीक है दोनों नाल ही निकल आ ठीक है ਤੇ ਇਹਨੂੰ ਇੱਥੇ ਵੈਲਿਊ ਨੂੰ ਸੋਲਵ ਕਰ ਲਓ 3 ਓਵਰ 2R plus R ਮੇਰੇ ਕੋਲ ਸੈਕੰਡ ਇਕੁਏਸ਼ਨ ਆ ਗਈ ਕਿੱਦਾਂ ਸੋਲਵ ਕਰਾਉਂ ਨੈਕਸਟ ਇਹਨੂੰ Sir, capital R ਦੀ ਵੈਲਿਊ ਬਣਾ ਕੇ ਇਕੁਏਟ ਕਰ ਦਿਓ ਕਿਉਂਕਿ ਰੈਜ਼ਿਸਟੈਂਸ ਸੇਮ ਹੈ ਗੁਰਗੀਰ ਦੁਆਰਾ ਬੋਲ ਸਰ ਕੈਪੀਟਲ R ਦੀ ਵੈਲਿਊ ਬਣਾ ਲੈਣੀ ਦੋਨੇ ਇਕੁਏਸ਼ਨਸ ਚੋਂ ਤੇ ਉਹਨੂੰ ਇਕੁਏਟ ਕਰ ਦੇਣਾ ਚਲੋ ਹੋਰ ਕਿਸੇ ਦੇ ਦਿਮਾਗ 'ਚ ਕੁਝ ਆਂਦਾ ਹੋਵੇ ਬੋਲੋ ਓਏ ਇੰਨੇ ਨਿਆਣੇ ਹੋ ਕਿਸੇ ਦੇ ਦਿਮਾਗ 'ਚ ਕੁਝ ਆ ਰਿਹਾ ਬੋਲੋ ਕਿੱਦਾਂ ਇਹਨੂੰ ਸੋਲਵ ਕਰ ਦਈਏ ਇਕੁਏਸ਼ਨਾਂ ਨੂੰ सर स्मॉल r की एक साइड वैल्यू बना के फिर इक्वेट करेंगे चलो ਹੋਰ ਕੁਝ ਮੈਨੂੰ ਇੱਕ ਚੀਜ਼ ਦੇਖਦੀ ਪਈ ਆ ਜਾਂ ਕਹ ਲਓ ਮੇਰੇ ਦਿਮਾਗ 'ਚ ਜੋ ਆਂਦਾ ਪਿਆ ਠੀਕ ਹੈ ਨਾ ਆ ਵੀ ਇਕੁਏਸ਼ਨ ਜੇ ਮੈਂ ਦੇਖਾਂ 3 ਦੇ ਨਾਲ ਬਣੀ ਆ ਵੀ 3 ਨਾਲ ਬਣੀ ਇਹਦਾ ਮਤਲਬ ਜੇ ਮੈਂ ਇਹਨਾਂ ਦੋਨਾਂ ਦੀ ਐਸਐਚ ਇਕੁਏਸ਼ਨ ਨੂੰ ਮੋਡੀਫਾਈ ਕਰਕੇ ਇਹਨਾਂ ਲੈ ਲਵਾਂ 3 ਇਕੁਅਲ ਟੂ r plus 2r ਬਾਹਰ ਮਲਟੀਪਲਾਈ ਕਰਕੇ ਔਰ ਇਧਰੋਂ ਚੱਲਾਂ ਤੇ 3 equal to 0.6 into 2r plus r है ना बड़ों कोई गल इतना
सर फिर 2 वेरिएबल आ जाएंगे। 2 वेरिएबल आ जाएंगे, इस एक प्रॉब्लम आ गई। इक्वेट ਤੇ ਹੋ ਜੂ ਬਟ ਆਪਣੇ 2 ਅਨਨੋਨ ਵੇਰੀਏਬਲ ਆਣੇ ਨਾ, ਉਹਦਾ ਫਿਰ ਇੱਕ ਹੱਲ ਹੋ ਸਕਦਾ ਕਿ ਵੀ ਇੱਥੋਂ ਜਦੋਂ ਇਕੁਏਟ ਕਰੋਗੇ ਤੇ ਕੈਪੀਟਲ ਆਰ ਦੀ ਵੈਲਿਊ ਸਮਾਲ ਆਰ ਜਾਂ ਸਮਾਲ ਆਰ ਦੀ ਵੈਲਿਊ ਕੈਪੀਟਲ ਆਰ ਚ ਬਣਾ ਕੇ ਉਹਨੂੰ ਰੀਸਬਸਟੀਟਿਊਟ ਕਰ ਦਈਏ ਇਸੇ ਇਕੁਏਸ਼ਨ ਦੇ ਅੰਦਰ, ਤੇ ਮੇਰੇ ਕੋਲ ਐਸਐਚ ਸੈਕੰਡ ਵੇਰੀਏਬਲ ਨਿਕਲ ਆਣਾ। ਆ ਕਿੰਨਾ ਪਿਆ, ਜੇ ਇਹਨਾਂ ਦੋਨਾਂ ਨੂੰ ਇਕੁਏਟ ਕਰੀਏ ਤੇ ਸਾਡੇ ਕੋਲ ਰਿਜ਼ਲਟ ਇਦਾਂ ਬਣ ਜਾਏਗਾ r + 2r = 1.2r + 0.6r। ਇਹਨੂੰ ਸੋਲਵ ਕਰ ਲਾਂ ਤੇ ਮੇਰੇ ਕੋਲ 2r - 0.6r यानी 1.4r = 0.2r आ जाएगा। क्लियर है? यस सर। यस सर। ਇਹ ਤੋਂ ਆਪਾਂ ਕੱਢ ਦਿੰਨੇ r ਦੀ ਵੈਲਿਊ, ਕੈਪੀਟਲ r ਦੀ ਵੈਲਿਊ ਕੱਢ ਲੈਂਦੇ। ਕੈਪੀਟਲ r ਦੀ ਵੈਲਿਊ 1.4/0.2r ਆ ਗਿਆ, ਯਾਨੀ ਆਪਣੇ ਕੋਲ ਇਤੋਂ ਜੇ ਵੈਲਿਊ ਕੱਢ ਲਓ ਤੇ ਡੈਸੀਮਲ ਐਡਜਸਟ ਕਰਕੇ r ਦੀ ਵੈਲਿਊ 7r ਆ ਗਈ। यस सर। यस सर। वैल्यू ਜਿਹੜੀ 7r ਬਣੀ ਜੇ ਇੱਥੇ ਭਰ ਲਈਏ ਵਾਪਸ ਆਪਾਂ, ਠੀਕ ਆ। ਇਕੁਏਸ਼ਨ ਨੰਬਰ ਇਹਨਾਂ ਨੂੰ ਦੇ ਦਿੰਦੇ, ਜੇ ਆ ਵੈਲਿਊ ਨੂੰ ਇਕੁਏਸ਼ਨ 1 ਚ ਪੁੱਟ ਅਪ ਕਰ ਦਈਏ ਤੇ ਆਪਣੀ ਇਕੁਏਸ਼ਨ ਦੇ ਕੋਲ ਬਣ ਗਈ 3 = r ਦੀ ਥਾਂ ਤੇ 7r + 2r ਯਾਨੀ 9r = 3 ਹੈ ਨਾ, ਤੇ r ਦੀ ਵੈਲਿਊ ਸਾਡੇ ਕੋਲ ਇਤੋਂ ਆ ਜਾਣੀ ਆ 1/3 ਓਮ। स्मॉल r आ जाओ, स्मॉल r वापस पुट अप कर दिए ते अपना कैपिटल r आ जाओ, हो जो। यस सर। यस सर। स्मॉल r अपना सही है जी, वैल्यू 0.33 हैगी आ, ते मतलब आ स्मॉल r आ गया ते देयरफॉर कैपिटल r काट दियो ते वो अपना 7 * r यानी 7/3 ओम आ जाए। कैपिटल r ते स्मॉल r दोनों ही वैल्यू आ जाओ। क्या क्लियर है नहीं गल? यस सर। यस सर। यस सर। चलो 50th ਤੇ 51st ਆਪਾਂ ਕਰ ਲਏ ਸੀਗੇ ਦੋਨੋਂ, ਹਨਾ? यस सर। यस सर।